TBN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਪੰਚਾਇਤੀ ਫੰਡਾਂ ਵਿੱਚ ਹੇਰਾਫੇਰੀ ਕਰਨ ਦੇ ਦੋਸ਼ ਕਾਰਨ ਸਰਪੰਚਣੀ ਗ੍ਰਿਫਤਾਰ। ਜੇਲ੍ਹ ਅਤੇ ਖਾਣ ਮੰਤਰੀ ਹਰਜੋਤ ਬੈਂਸ ਨੇ ਕਾਂ ਮਾਰ ਕੇ ਟੰਗਿਆ। ਪੰਜਾਬ ਦੇ IPS ਅਤੇ IAS ਅਫਸਰਾਂ ਵਿੱਚ ਘਬਰਾਹਟ। 300 ਕਰੋੜ ਤੋਂ ਵੱਧ ਦੇ ਘਪਲੇ ਦਾ ਅਨੁਮਾਨ। ਇੱਕੋ ਹੀ ਪਰਿਵਾਰ ਦੇ 8 ਮੈਂਬਰ ਚਿੱਟਾ ਵੇਚਣ ਕਾਰਨ ਖਾ ਰਹੇ ਨੇ ਜੇਲ੍ਹ ਦੀ ਹਵਾ ਅਤੇ 9ਵਾਂ ਗ੍ਰਿਫਤਾਰ। ਆਪ ਵਿਧਾਇਕ ਦੀ ਜਾਨ ਨੂੰ ਖਤਰਾ, ਜਾਨੋਂ ਮਾਰਨ ਦੀ ਮਿਲੀ ਧਮਕੀ। ਪੰਜਾਬ ਦੇ ਸੰਸਦਾਂ ਦੀ ਮੌਨਸੂਨ ਸੈਸ਼ਨ ਵਿੱਚ ਕੀ ਰਹੀ ਕਾਰਗੁਜ਼ਾਰੀ, ਦੇਵਾਂਗੇ ਤੁਹਾਨੂੰ ਜਾਣਕਾਰੀ। ਅਤੇ ਮਨਕੀਰਤ ਔਲਖ ਖਿਲਾਫ ਅਦਾਲਤ ਵਿੱਚ ਮੁਕੱਦਮਾ ਦਰਜ। ਦੋਸਤੋ, ਇਹ ਕੁਝ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਪਹਿਲਾਂ ਪ੍ਰੋਗਰਾਮ ਦੇਖ ਲੈਣਾ, ਸੁਣ ਲੈਣਾ। ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਹੁਣ ਆਪਾਂ ਗੱਲ ਕਰਦੇ ਹਾਂ ਭ੍ਰਿਸ਼ਟਾਚਾਰ ਦੀ, ਸਾਡੀ ਨੀਅਤ ਦੀ ਤੇ ਸਾਡੀ ਨੀਤੀ ਦੀ। ਤੁਸੀਂ ਦੇਖੋ ਕਿ ਆਮ ਕਿਸੇ ਵਿਅਕਤੀ ਨਾਲ ਪੰਜਾਬ 'ਚ ਗੱਲ ਕਰੋ, ਉਹ ਕਹਿੰਦਾ ਭ੍ਰਿਸ਼ਟਾਚਾਰ ਖਤਮ ਹੋਵੇ। ਪੰਜਾਬ ਸਰਕਾਰ ਵੀ ਕਹਿੰਦੀ ਹੈ ਕਿ ਭ੍ਰਿਸ਼ਟਾਚਾਰ ਖਤਮ ਕਰਨਾ ਹੈ। ਫਿਰ ਇਹਦਾ ਮਤਲਬ ਗੈਪ ਕਿੱਥੇ ਹੈ? ਕਿ ਸਾਡੇ ਅਫਸਰ ਨਹੀਂ ਚਾਹੁੰਦੇ? ਕਿ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ, ਪੰਚ, ਸਰਪੰਚ, ਵਿਧਾਇਕ, ਸੰਸਦ, ਇਹ ਨਹੀਂ ਚਾਹੁੰਦੇ? ਆ ਖਬਰ ਬਹੁਤ ਕੁਝ ਤਸਦੀਕ ਕਰੇਗੀ। ਪੰਜਾਬ ਦੇ ਵਿੱਚ ਮੁਹਿੰਮ ਸਰਕਾਰ ਕਹਿੰਦੀ ਹੈ, ਕਿਸੇ ਵਿੜ ਦਿੱਤੀ ਹੈ, ਜ਼ੀਰੋ ਟੋਲਰੈਂਸ ਹੈ। ਅਸੀਂ ਨਹੀਂ ਛੱਡਣਾ ਕੋਈ ਵਿਅਕਤੀ ਜਿਹੜਾ ਭ੍ਰਿਸ਼ਟਾਚਾਰ ਦੇ ਨਾਲ ਜੁੜਿਆ ਹੋਵੇਗਾ। ਖਬਰ ਮਿਲ ਰਹੀ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਪਟਿਆਲਾ ਜ਼ਿਲ੍ਹੇ 'ਚ ਪੈਂਦਾ ਪਿੰਡ ਆਕੜੀ ਦੀ ਸਰਪੰਚ ਹੈ ਹਰਜੀਤ ਕੌਰ ਦੇ ਉੱਤੇ ਅਸਲ ਦੇ ਵਿੱਚ ਬੀਤੇ ਕਈ ਦਿਨਾਂ ਤੋਂ ਲੱਗ ਰਿਹਾ ਸੀ ਕਿ ਗਾਜ ਡਿੱਗੇਗੀ। ਪਿੰਡ ਦੇ ਵਿੱਚ ਵਿਕਾਸ ਕਾਰਜਾਂ ਦੇ ਨਾਮ ਤੇ ਪੰਚਾਇਤੀ ਫੰਡਾਂ ਦੇ ਵਿੱਚ ਗਬਨ ਕੀਤਾ ਗਿਆ, ਘੁਟਾਲਾ ਕੀਤੇ ਕਰਨ ਦੇ ਦੋਸ਼ ਹੇਠ ਇਸ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਫੰਡ ਕਿੰਨੇ ਕੁ ਨੇ? 12 ਕਰੋੜ ਤੇ 24 ਲੱਖ ਰੁਪਇਆ ਦੱਸਿਆ ਜਾ ਰਿਹਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਨੇ ਪੰਚਾਇਤੀ ਫੰਡਾਂ ਦੇ ਵਿੱਚ ਵੱਖ-ਵੱਖ ਦੋਸ਼ੀਆਂ ਦੇ ਵੱਲੋਂ ਕੀਤੇ ਗਏ ਘਪਲੇ ਦੀ ਜਾਂਚ ਲਈ ਪਹਿਲਾਂ ਹੀ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਦੇ ਵਿੱਚ IPS ਦੀ ਧਾਰਾ 406, 420, 409, 465, 467, 468, 471 ਅਤੇ 120B ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਅਤੇ 13(2) ਦੇ ਤਹਿਤ FIR ਦਰਜ ਕੀਤੀ ਹੋਈ ਸੀ। ਡੂੰਘਾਈ ਦੇ ਨਾਲ ਜਾਂਚ ਪੜਤਾਲ ਚੱਲ ਰਹੀ ਸੀ ਤੇ ਆਖਰਕਾਰ ਆ ਪਰਤਾਂ ਖੁੱਲੀਆਂ ਨੇ। ਮਾਮਲੇ ਦੀ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਪੁੱਡਾ ਅਥਾਰਟੀ ਨੇ ਅੰਮ੍ਰਿਤਸਰ ਕੋਲਕਾਤਾ ਏਕੀਕ੍ਰਿਤ ਜਿਹੜਾ ਕੋਰੀਡੋਰ ਹੈ ਉਹਦੀ ਉਸਾਰੀ ਦੇ ਵਾਸਤੇ ਆ 5 ਪਿੰਡ ਨੇ ਉੱਥੇ, ਉਹਨਾਂ ਦੀ 1100 ਤੋਂ ਵੱਧ ਏਕੜ ਜ਼ਮੀਨ ਹੈ, 1104 ਏਕੜ ਜ਼ਮੀਨ ਅਕਵਾਇਰ ਕੀਤੀ ਸੀ। ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਬਲਾਕ ਦੇ 5 ਪਿੰਡ ਜਿਨ੍ਹਾਂ ਵਿੱਚ ਪਬਰਾ, ਤਖਤੂ ਮਾਜਰਾ, ਸ਼ੇਰੀ ਅਤੇ ਆਕੜੀ, ਕੁੱਲ 285 ਕਰੋੜ ਰੁਪਏ ਦੀ ਰਕਮ ਦਿੱਤੀ ਗਈ। ਉਹਨਾਂ ਦੱਸਿਆ ਕਿ ਇਸ ਕੁੱਲ ਰਾਸ਼ੀ ਦੇ ਵਿੱਚੋਂ ਗ੍ਰਾਮ ਪੰਚਾਇਤ ਆਕੜੀ ਨੂੰ ਅਕਵਾਇਰ ਕੀਤੀ ਗਈ 183 ਏਕੜ ਤੇ 12 ਮਰਲੇ ਜ਼ਮੀਨ ਦੇ ਬਦਲੇ ਤਕਰੀਬਨ 51 ਕਰੋੜ ਰੁਪਏ ਦਿੱਤੇ ਗਏ। ਪਰ ਜਿਹੜੀ ਵਿਜੀਲੈਂਸ ਨੇ ਜਾਂਚ ਕੀਤੀ ਹੈ ਉਹਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਮੁਲਜ਼ਮ ਸਰਪੰਚ ਹਰਜੀਤ ਕੌਰ ਨੇ ਇਹਨਾਂ ਫੰਡਾਂ ਦੀ ਵਰਤੋਂ ਕਰਕੇ ਪਿੰਡ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਏ, ਪਰ ਬਿਊਰੋ ਦੀ ਤਕਨੀਕੀ ਟੀਮ ਦੇ ਵੱਲੋਂ ਇਹਨਾਂ ਕੇਸਾਂ ਦੀ ਫਿਜ਼ੀਕਲ ਚੈਕਿੰਗ ਕੀਤੀ ਗਈ। ਚੈਕਿੰਗ ਦੇ ਦੌਰਾਨ ਪਾਇਆ ਗਿਆ ਕਿ ਹਰਜੀਤ ਕੌਰ ਦੇ ਵੱਲੋਂ ਪਿੰਡ ਦੇ ਛੱਪੜ, ਕਮਿਊਨਿਟੀ ਸੈਂਟਰ, ਸ਼ਮਸ਼ਾਨ ਘਾਟ, ਪੰਚਾਇਤ ਘਰ, ਨਾਲੇ, ਪਟੜੀ ਇਹ ਫਰਜ਼ੀ ਉਸਾਰੀਆਂ ਦੇ ਨਾਂ ਦੇ ਹੇਠ ਪੰਚਾਇਤ ਦੇ ਜਾਲੀ ਮਤੇ ਪਵਾਏ ਗਏ ਅਤੇ ਫੰਡਾਂ ਦੀ ਵੱਡੇ ਪੱਧਰ ਤੇ ਦੁਰਵਰਤੋਂ ਕੀਤੀ, ਗਬਨ ਕੀਤਾ ਗਿਆ। ਉਹਨਾਂ ਕਿਹਾ ਕਿ ਕੰਮਾਂ ਨੂੰ ਸਹੀ ਸਾਬਤ ਕਰਨ ਦੇ ਵਾਸਤੇ ਸਰਪੰਚ ਦੇ ਵੱਲੋਂ ਵੱਖ-ਵੱਖ ਫਰਮਾਂ ਨੂੰ ਇਹਨਾਂ ਕੰਮਾਂ ਲਈ ਚੈੱਕਾਂ ਦੇ ਰਾਹੀਂ ਭੁਗਤਾਨ ਵੀ ਕੀਤਾ ਗਿਆ ਤਾਂ ਕਿ ਲੱਗੇ ਕਿ ਕੰਮ ਹੋਇਆ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਵਿਜੀਲੈਂਸ ਜਾਂਚ ਤੋਂ ਇਲਾਵਾ ਪੰਚਾਇਤੀ ਫੰਡਾਂ ਦੀ ਵਰਤੋਂ ਨਾਲ ਇਸ ਪਿੰਡ ਦੇ ਵਿਕਾਸ ਕਾਰਜਾਂ ਸੰਬੰਧੀ ਇੱਕ ਹੋਰ ਵਿਭਾਗੀ ਜਾਂਚ
ਵਧੀਕ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ ਪੇਂਡੂ ਵਿਕਾਸ ਅਤੇ ਪੰਚਾਇਤਾਂ SAS ਨਗਰ ਦੇ ਵੱਲੋਂ ਮੁਕੰਮਲ ਕੀਤੀ ਗਈ ਹੈ। ਵਿਭਾਗੀ ਜਾਂਚ ਵਿੱਚ ਵੀ ਪਤਾ ਲੱਗਿਆ ਕਿ ਪਿੰਡ ਆਕੜੀ 'ਚ ਸਰਪੰਚ ਹਰਜੀਤ ਕੌਰ ਦੇ ਵੱਲੋਂ ਵਿਕਾਸ ਕਾਰਜਾਂ ਤੇ 12 ਕਰੋੜ ਤੇ 24 ਲੱਖ ਰੁਪਏ ਦਾ ਘਪਲਾ ਕੀਤਾ ਗਿਆ। ਦੇਖੋ ਹੱਥ ਕਿੱਡਾ ਮਾਰ ਲਿਆ। ਹਾਲੇ ਵਿਜੀਲੈਂਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ, ਪਰ ਸਰਪੰਚਣੀ ਦੀ ਗ੍ਰਿਫਤਾਰੀ ਕਰ ਲਈ ਗਈ ਹੈ। ਹੁਣ ਆਪਾਂ ਕਹਿੰਦੇ ਕਿ ਸੰਸਦ IAS IPS ਜਾਂ ਵਿਧਾਇਕ ਘਪਲੇ ਕਰਕੇ ਆ ਦੇਖੋ ਸ਼ੁਰੂਆਤ ਪਿੰਡ ਤੋਂ ਹੀ ਹੋ ਗਈ ਹੈ। ਜੇ ਪਿੰਡ ਦਾ ਪੈਸਾ ਤਾਂ ਪਿੰਡ ਤੇ ਲਾਓ ਤੇ ਪਿੰਡ ਤਾਂ ਚੰਡੀਗੜ੍ਹ ਤੁਹਾਡਾ ਬਣ ਜਾਣਾ ਸੀ। ਪਰ ਦਰਅਸਲ ਅਸੀਂ ਕਿੰਨੇ ਇਮਾਨਦਾਰ ਹਾਂ, ਅੱਜ ਇੱਕ ਨਹੀਂ ਕਈ ਖਬਰਾਂ ਨੇ ਇਸ ਤਰ੍ਹਾਂ ਦੀਆਂ ਘਪਲੇਬਾਜ਼ੀ ਦੀਆਂ, ਭ੍ਰਿਸ਼ਟਾਚਾਰ ਦੀਆਂ। ਅਗਲੀ ਖਬਰ ਵੀ ਤਕਰੀਬਨ ਇਸੇ ਤਰ੍ਹਾਂ ਦੀ ਹੋਏਗੀ। ਜਿਸ ਗੱਲ ਦਾ ਮੈਂ ਜ਼ਿਕਰ ਕਰਦਾ ਹੁੰਦਾ ਕਿ ਪੰਜਾਬ ਨੂੰ ਗੁਰੂਆਂ ਪੀਰ ਪੈਗੰਬਰਾਂ ਮੇਲਿਆਂ ਮੁਸਾਹਿਬਿਆਂ ਦੀ ਧਰਤੀ ਕਰਕੇ ਜਾਣਿਆ ਜਾਂਦਾ ਹੈ, ਪਰ ਹੁਣ ਘਪਲਿਆਂ ਦੀ ਧਰਤੀ ਕਰਕੇ ਨਾ ਜਾਣਿਆ ਜਾਣ ਲੱਗ ਜੇ। ਪੰਜਾਬ ਸਰਕਾਰ ਦੇ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਦੇ ਉੱਤੇ ਕਹਿੰਦੇ ਆ ਕਿ ਨੱਥ ਪਾਈ ਜਾਣੀ ਹੈ। ਜਿਸ ਗੱਲ ਦਾ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਭ੍ਰਿਸ਼ਟਾਚਾਰ ਦੇ ਉੱਤੇ ਜ਼ੀਰੋ ਟੋਲਰੈਂਸ। ਪਰ ਕੀ ਅਫਸਰ, ਕੀ ਆ ਸਰਪੰਚ, ਕੀ ਬਾਕੀ ਅਹਿਲਕਾਰ ਸਮਝਦੇ ਹੈ? ਕਦੇ ਕੋਈ ASI ਫੜਿਆ ਜਾਂਦਾ ਹੈ, ਕਦੇ ਕੋਈ ਹੋਰ ਫੜਿਆ ਜਾਂਦਾ ਹੈ। ਤੇ ਇਸੇ ਨੀਤੀ ਦੇ ਤਹਿਤ ਇੱਕ ਹੋਰ ਵੱਡੀ ਕਾਰਵਾਈ ਕਿ ਭ੍ਰਿਸ਼ਟਾਚਾਰੀ ਕੋਈ ਨਹੀਂ ਛੱਡਣਾ। ਕਾਰਜਕਾਰੀ ਇੰਜੀਨੀਅਰ ਖਾਨ ਰੂਪ ਨਗਰ ਪੁਨੀਤ ਸ਼ਰਮਾ ਨੂੰ ਡਿਊਟੀ ਦੇ ਦੌਰਾਨ ਅਣਗਹਿਲੀ ਦੇ ਕਾਰਨ ਦੋਸ਼ਾਂ ਤੋਂ ਤੁਰੰਤ ਪ੍ਰਭਾਵ ਦੇ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੱਤੀ ਹੈ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਹੋਰਾਂ ਨੇ। ਉਹਨਾਂ ਨੇ ਦੱਸਿਆ ਕਿ ਪੁਨੀਤ ਸ਼ਰਮਾ ਦੇ ਖਿਲਾਫ ਉਹਨਾਂ ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਖੇਤਰ ਦੇ ਵਿੱਚ ਲਗਾਤਾਰ ਗੈਰ ਕਾਨੂੰਨੀ ਮਾਈਨਿੰਗ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ, ਰਿਪੋਰਟਸ ਮਿਲ ਰਹੀਆਂ ਸੀ, ਜਿਸ ਨੂੰ ਦੇਖਦਿਆਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਬਰਸਾਤੀ ਮੌਸਮ ਦੇ ਵਿੱਚ ਮਾਈਨਿੰਗ ਕਰਨ ਦੀ ਮਨਾਹੀ ਦੇ ਬਾਵਜੂਦ ਵੀ ਰੋਪੜ ਜ਼ਿਲ੍ਹੇ ਦੇ ਖੇੜਾ ਕਲਮੋਟ ਅਤੇ ਹੋਰ ਇਲਾਕਿਆਂ ਦੇ ਵਿੱਚ ਰਾਤ ਦੇ ਸਮੇਂ ਮਾਈਨਿੰਗ ਦੀਆਂ ਸ਼ਿਕਾਇਤਾਂ ਉਹ ਕਹਿੰਦੇ ਲਗਾਤਾਰ ਮਿਲ ਰਹੀਆਂ ਸੀ। ਇੱਕ ਪਾਸੇ ਸਰਕਾਰ ਕਹਿੰਦੀ ਹੈ ਮਾਈਨਿੰਗ ਹੋਣ ਨਹੀਂ ਦੇਣੀ, ਪਰ ਰੋਕਣੀ ਕਿਹਨਾਂ ਨਹੀਂ ਹੁੰਦੀ ਆ ਪੁਨੀਤ ਸ਼ਰਮਾ ਵਰਗੇ ਜਿਹੜੇ ਅਧਿਕਾਰੀ ਨੇ। ਪੁਨੀਤ ਸ਼ਰਮਾ ਕਾਰਜਕਾਰੀ ਇੰਜੀਨੀਅਰ ਜਲ ਨਿਕਾਸ ਅਤੇ ਮਾਈਨਿੰਗ ਮੰਡਲ ਰੂਪਨਗਰ ਦੇ ਵਿੱਚ ਆਪਣੀ ਡਿਊਟੀ ਤੇ ਤੈਨਾਤ ਸੀ। ਪਤਾ ਲੱਗਿਆ ਕਿ ਡਿਊਟੀ ਦੇ ਦੌਰਾਨ ਰੂਪਨਗਰ ਜ਼ਿਲ੍ਹੇ ਦੇ ਵਿੱਚ ਪੈਂਦੇ ਛੋਟੇ ਸਾਈਜ਼ ਵਾਲੇ ਕੰਡਿਆਂ ਜੋ ਸਾਰੇ ਵਾਹਨਾਂ ਲਈ ਦੁਰਸਤ ਨਹੀਂ ਸੀ, ਉਹਨੂੰ ਸਮੇਂ ਸਿਰ ਨੋਟਿਸ ਵੀ ਨਹੀਂ ਭੇਜੇ। ਦੱਸਿਆ ਗਿਆ ਕਿ ਅਧਿਕਾਰੀ ਦੇ ਵੱਲੋਂ ਰੂਪਨਗਰ ਜ਼ਿਲ੍ਹੇ ਦੇ ਵਿੱਚ ਪ੍ਰਤੀ ਦਿਨ ਕੀਤੀ ਜਾਣ ਵਾਲੀ ਜਾਇਜ਼ ਮਾਈਨਿੰਗ ਦੇ ਟੀਚੇ ਨੂੰ ਪੂਰਾ ਕਰਨ ਲਈ ਵੀ ਲੋੜੀਂਦੀ ਕਾਰਵਾਈ ਅਮਲ ਵਿੱਚ ਨਹੀਂ ਸੀ ਲਿਆਂਦੀ ਗਈ, ਜਿਸ ਦੇ ਕਾਰਨ ਖਜ਼ਾਨੇ ਨੂੰ ਵਿੱਤੀ ਨੁਕਸਾਨ ਹੋਇਆ ਹੈ। ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹਰਜੋਤ ਬੈਂਸ ਹੋਰਾਂ ਨੇ ਦੱਸਿਆ ਕਿ ਮਾਨ ਸਰਕਾਰ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਮਾਈਨਿੰਗ ਦੇ ਉੱਤੇ ਅੱਖ ਰੱਖੀ ਬੈਠੀ ਹੈ, ਕਰ ਨਹੀਂ ਦੇਊਗੀ। ਜਿੱਥੇ ਪਤਾ ਲੱਗਦਾ ਉੱਥੇ ਕਾਰਵਾਈ ਹੋ ਰਹੀ ਹੈ। ਉਹ ਕਹਿੰਦੇ ਜਿਹੜਾ ਵੀ ਅਧਿਕਾਰੀ ਮਾਈਨਿੰਗ ਦੇ ਨਾਲ ਸੰਬੰਧਿਤ ਗਲਤ ਕਾਰਵਾਈ ਕਰੇਗਾ ਬਖਸ਼ਿਆ ਕੋਈ ਨਹੀਂ ਜਾਣਾ। ਆਹ ਕਹਿੰਦੇ ਉਦਾਹਰਨ ਤੁਹਾਡੇ ਸਾਹਮਣੇ ਪਈ ਹੈ। ਉਹਨਾਂ ਮਾਈਨਿੰਗ ਵਿਭਾਗ ਦੇ ਅਧਿਕਾਰੀ ਨੂੰ ਸਪਸ਼ਟ ਫਿਰ ਤਾੜਨਾ ਕੀਤੀ ਹੈ ਕਿ ਕਿਸੇ ਵੀ ਕਿਸਮ ਦੀ ਅਣਗਹਿਲੀ ਨਾ ਵਰਤੀ ਜਾਵੇ। ਅਣਗਹਿਲੀ ਵਰਤਣ ਵਾਲੇ ਅਧਿਕਾਰੀ ਦੇ ਖਿਲਾਫ ਤੁਰੰਤ ਪ੍ਰਭਾਵ ਦੇ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਆਹ ਲੱਗਦਾ ਇੱਕ ਕਾਂ ਮਾਰ ਕੇ ਟੰਗ ਲਿਆ, ਕਈਆਂ ਨੂੰ ਕੰਨ ਹੋ ਜਾਣਗੇ। ਪਰ ਮੈਂ ਇੰਨਾ ਕਦਾਵੇ ਨਾਲ ਆਖ ਸਕਦਾ ਕਿ ਇੰਨੀ ਛੇਤੀ ਸਾਡੇ ਕੰਨ ਤੇ ਜੂੰ ਸਰਕਦੀ ਨਹੀਂ। ਆ ਸਰਕਾਰ ਨੂੰ 4 ਮਹੀਨੇ ਹੋ ਗਿਆ ਲਗਾਤਾਰ ਕਹਿੰਦੇ ਕਿ ਨਜਾਇਜ਼ ਮਾਈਨਿੰਗ ਹੋਣ ਨਹੀਂ ਦੇਣੀ, ਕਿਤੇ ਹੁੰਦੀ ਹੈ ਸਾਨੂੰ ਦੱਸੋ। ਆ ਲਗਾਤਾਰ ਇਹ ਸਾਰੀਆਂ ਖਬਰਾਂ ਦੇ ਦਰਮਿਆਨ ਹੀ ਕੁਝ ਹੋ ਰਿਹਾ ਸੀ। ਹੁਣ ਭਾਈ ਸਾਹਿਬ ਘਰ ਨੂੰ ਤੋਰੇ ਗਏ ਆ। ਤੇ ਅਗਲੀ ਖਬਰ ਵੀ ਤੁਸੀਂ ਦੇਖੋ, ਜਿਹੜੀ ਮੈਂ ਗੱਲ ਕਹਿਣਾ ਕਿ ਘਪਲੇ ਕਿਵੇਂ ਹੋ ਰਹੇ ਨੇ। ਹੁਣ ਆਲਾ ਅਫਸਰ ਜਿਹੜੇ ਹੁੰਦੇ ਨੇ IPS IAS ਘਬਰਾਹਟ ਚ ਨੇ। ਸਾਲਾਨਾ 300 ਕਰੋੜ ਤੋਂ ਵੱਧ ਦੇ ਚੂਨੇ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਸ਼ਾਇਦ ਹੀ ਕੋਈ ਇਸ ਤਰ੍ਹਾਂ ਦਾ ਦਿਨ ਹੋਣਾ ਹੈ ਜਿਸ ਦਿਨ ਕਿਸੇ ਘਪਲੇ ਦੀ, ਕਿਸੇ ਘੁਟਾਲੇ ਦੀ, ਕਿਸੇ ਠੱਗੀ ਦੀ, ਕਿਸੇ ਚੋਰੀ ਦੀ ਖਬਰ ਨਹੀਂ ਮਿਲਦੀ। ਆ ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ, ਹੁਣ ਦੇਖੋ ਪਹਿਲੀ ਖਬਰ ਵੀ ਵਿਜੀਲੈਂਸ ਨਾਲ ਸੰਬੰਧਿਤ ਆ ਵੀ, ਮੈਨੂੰ ਲੱਗਦਾ ਕਿ ਵਿਜੀਲੈਂਸ ਅਧਿਕਾਰੀ ਵੀ ਕਾਫੀ ਰੁੱਝੇ ਹੋਣਗੇ। ਵਿਜੀਲੈਂਸ ਬਿਊਰੋ ਦੇ ਵੱਲੋਂ ਪੰਜਾਬ ਦੇ ਵਿੱਚ ਟੈਕਸ ਚੋਰੀ ਦੇ ਮਾਮਲੇ ਦੀਆਂ ਪਰਤਾਂ ਖੋਲ੍ਹਣ ਦੇ ਕਾਰਨ ਪੰਜਾਬ ਦੇ ਕੁਝ IAS ਕੁਝ IPS ਅਫਸਰ ਇਸ ਵਕਤ ਘਬਰਾਹਟ ਚ ਨੇ, ਨੀਂਦ ਆਉਂਦੀ ਨਹੀਂ, ਭੁੱਖ ਲੱਗਦੀ ਨਹੀਂ। ਅਸਲ ਦੇ ਵਿੱਚ ਅੰਬਾਲਾ ਦੇ ਰਹਿਣ ਵਾਲੇ ਰਾਜਿੰਦਰ ਸਿੰਘ ਸੋਢੀ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ 2 ਦਰਜਨ ਤੋਂ ਵੱਧ ਅਜਿਹੇ ਵਿਅਕਤੀਆਂ ਦੇ ਨਾਮ ਸਾਹਮਣੇ ਆ ਗਏ ਹੈ ਜੋ ਟੈਕਸ ਚੋਰੀ ਲਈ ਮਦਦਗਾਰ ਵਜੋਂ ਦਹਾਕਿਆਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਸੀ।
ਇਹਨਾਂ ਦੇ ਨਾਲ ਵਿਭਾਗ ਦੇ ਅਫਸਰਾਂ ਦੀ ਕਥਿਤ ਗੰਢ ਤੁਪ ਸੀ। ਵਿਜੀਲੈਂਸ ਦੇ ਹੱਥ ਤੱਥ ਲੱਗ ਗਏ ਹੈ, ਸਬੂਤ ਲੱਗ ਗਏ ਹੈ। ਇਹ ਵੀ ਪਤਾ ਲੱਗ ਗਿਆ ਹੈ ਕਿ ਆਈਪੀਐਸ ਅਤੇ ਆਈਏਐਸ ਅਧਿਕਾਰੀਆਂ ਦੇ ਨਾਲ ਵੀ ਮਦਦਗਾਰਾਂ ਦੇ ਗੂੜੇ ਸਬੰਧ ਸੀ, ਜਿਹੜੇ ਆ ਠੱਗੀਆਂ ਲਵਾਉਂਦੇ ਸੀ। ਵਿਜੀਲੈਂਸ ਦੇ ਅਧਿਕਾਰੀਆਂ ਦਾ ਇਹ ਵੀ ਦੱਸਣਾ ਹੈ ਕਿ ਸੋਢੀ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਆਈਪੀਐਸ ਅਧਿਕਾਰੀ ਵੱਲੋਂ ਤਾਂ ਵਿਜੀਲੈਂਸ ਦੇ ਅਫਸਰਾਂ ਤੱਕ ਪਹੁੰਚ ਕਰ ਲਈ ਵੀ ਗਈ ਹੈ। ਵਿਜੀਲੈਂਸ ਦੇ ਵੱਲੋਂ ਟੈਕਸ ਚੋਰੀ ਦੇ ਮਾਮਲੇ ਵਿੱਚ ਕਰ ਤੇ ਆਬਕਾਰੀ ਵਿਭਾਗ ਦੇ ਅਫਸਰਾਂ ਅਤੇ ਮਦਦਗਾਰਾਂ ਦੇ ਵਿਰੁੱਧ ਸਾਲ 2020 ਦੇ ਵਿੱਚ ਇੱਕ ਐਫਆਈਆਰ ਦਰਜ ਹੋਈ ਸੀ। ਹੁਣ ਇੱਥੇ ਫਿਰ ਰੁਕੋ ਕਿ 2020 ਦੇ ਵਿੱਚ ਐਫਆਈਆਰ ਦਰਜ ਹੋ ਗਈ। ਜਨਾਬ ਜੀ 22 ਚੱਲਦਾ, ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਵਿਜੀਲੈਂਸ ਨੇ ਕਿਉਂ ਨਹੀਂ ਕੀਤਾ। ਅੱਗੇ ਚੱਲ ਕੇ ਇੱਧਰ ਵੀ ਤੁਹਾਨੂੰ ਜਾਣਕਾਰੀ ਮਿਲ ਜਾਣੀ ਹੈ ਕਿ ਸਰਕਾਰ ਵੱਲੋਂ ਹਰੀ ਝੰਡੀ ਮਿਲਣੀ ਲਾਜ਼ਮੀ ਹੁੰਦੀ ਹੈ, ਦਿੱਤੀ ਹੋਈ ਨਹੀਂ ਗਈ। ਵਿਭਾਗੀ ਅਫਸਰਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ, ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਈਟੀਓ ਸ਼ਾਮਲ ਸਨ। ਮਹੱਤਵਪੂਰਨ ਤੱਥ ਇਹ ਨੇ ਕਿ ਵਿਜੀਲੈਂਸ ਦੇ ਵੱਲੋਂ ਇਹਨਾਂ ਈਟੀਓਸ ਦੇ ਖਿਲਾਫ ਮਾਮਲਾ ਅਦਾਲਤ ਵਿੱਚ ਲਿਆਉਣ ਲਈ ਵਿਭਾਗ ਤੋਂ ਪ੍ਰਵਾਨਗੀ ਮੰਗੀ ਗਈ ਸੀ ਕਿ ਪ੍ਰਵਾਨਗੀ ਦਿਓ, ਆਪਾਂ ਅੱਗੇ ਕੇਸ ਲੈ ਕੇ ਜਾਣਾ ਹੈ। ਲੁੱਟ ਦੇ ਉੱਤੇ ਕਾਰਵਾਈ ਤੇ ਆਬਕਾਰੀ ਵਿਭਾਗ ਦੇ ਵੱਲੋਂ ਠੰਡੇ ਵਸਤੇ 'ਚ ਕੰਮ ਪਾ ਦਿੱਤਾ ਗਿਆ। ਹੁਣ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਰਾਜਿੰਦਰ ਸਿੰਘ ਸੋਢੀ ਨੇ ਪੁੱਛਗਿੱਛ ਦੇ ਦੌਰਾਨ ਕੁਝ ਖੁਲਾਸੇ ਕੀਤੇ ਨੇ। ਇਨਕਸ਼ਾਫ ਕਰ ਦਿੱਤਾ ਹੈ ਕਿ ਲੁਧਿਆਣਾ 'ਚ ਤੇ ਗੋਬਿੰਦਗੜ੍ਹ 'ਚ, ਹਾਲੇ ਇਹ ਨਹੀਂ ਪਤਾ ਹੋਰ ਕਿੱਥੇ ਕਿੱਥੇ ਤਾਰਾਂ ਜੁੜ ਗਈਆਂ, ਪਰ ਉਹਨੇ ਜੋ ਦੱਸਿਆ ਕਿ ਲੁਧਿਆਣੇ ਤੇ ਗੋਬਿੰਦਗੜ੍ਹ ਦੇ ਵਿੱਚ ਤਕਰੀਬਨ ਪੰਜਾਬ ਦੇ ਵਿੱਚ ਜਿਹੜੇ ਟੈਕਸ ਚੋਰੀ ਕਰਾਉਂਦੇ ਆ 50 ਕੁ ਬੰਦੇ ਹੈਗੇ ਆ। ਦੇਖੋ 50 ਕਈ ਦਰਜਨਾਂ ਨੇ ਜਿਹੜੇ ਚੋਰੀ ਦਾ ਜੁਗਾੜ ਕਰਦੇ ਆ। ਜਾਣਕਾਰੀ ਮਿਲੀ ਹੈ ਕਿ ਇਹਨਾਂ ਫਰਮਾਂ ਦੀ ਵਿਭਾਗਾਂ ਦੇ ਅਫਸਰਾਂ ਨਾਲ ਸਿੱਧੀ ਗੱਲਬਾਤ ਹੈ। ਉਹਨਾਂ ਨੇ ਇਹ ਵੀ ਮੰਨਿਆ ਕਿ ਮਦਦਗਾਰਾਂ ਤੇ ਫਰਮਾਂ ਦੀ ਮੰਥਲੀ ਫਿਕਸ ਕਰਵਾਉਣ ਦੇ ਵਿੱਚ ਉਹ ਅਹਿਮ ਭੂਮਿਕਾ ਖੁਦ ਨਿਭਾਉਂਦਾ ਰਿਹਾ। ਲੁਧਿਆਣਾ ਤੇ ਗੋਬਿੰਦਗੜ੍ਹ ਦੇ ਵਿੱਚ ਫਰਮਾਂ ਦੇ ਵੱਲੋਂ ਬਿਨਾਂ ਬਿੱਲ ਤੋਂ 2 ਨੰਬਰ ਦੇ ਵਿੱਚ ਕੰਮ ਕਰਨ ਅਤੇ ਉਹਦਾ ਭੁਗਤਾਨ ਅਫਸਰਾਂ ਨੂੰ ਕਰਦਾ ਰਿਹਾ। ਇਹਦੇ ਖੁਲਾਸੇ ਉਹਨਾਂ ਨੇ ਕਰ ਦਿੱਤੇ ਹੈ। ਉਹਦੇ ਵੱਲੋਂ ਹੁਣ ਜਿਹੜੀ ਜਾਣਕਾਰੀ ਮਿਲੀ ਹੈ ਉਹ ਲੱਗਦਾ ਹੈ ਕਿ ਤਾਣਾ ਬਾਣਾ ਕਾਫੀ ਉਲਝਿਆ ਹੋਇਆ ਹੈ। ਇਹ ਕੁਝ ਲੋਕ ਜਿਹੜੇ ਮਦਦਗਾਰ ਆਪਣੇ ਆਪ ਨੂੰ ਕਹਾਉਂਦੇ ਸੀ ਕਿ ਤੁਹਾਡੀ ਮਦਦ ਕਰਦੇ ਆ, ਤੇ ਦੂਸਰੇ ਪਾਸੇ ਜਿਹੜੇ ਅਫਸਰ ਨੇ ਇਹਨਾਂ ਦੀ ਮਿਲੀ ਭੁਗਤੇ ਨਾਲ ਇਹ ਤਾਣਾ ਬਾਣਾ ਬੁਣਿਆ ਹੋਇਆ ਸੀ ਤੇ ਫਿਰ ਉਲਝਾ ਲਿਆ ਗਿਆ। ਵਿਜੀਲੈਂਸ ਦੇ ਅਧਿਕਾਰੀਆਂ ਦੇ ਅਨੁਸਾਰ ਮੁੱਢਲੀ ਜਾਂਚ ਦੇ ਵਿੱਚ ਇਹ ਪਤਾ ਲੱਗਿਆ ਕਿ ਸਾਲਾਨਾ 1 ਸਾਲ ਦਾ ਮੈਂ ਜ਼ਿਕਰ ਕਰ ਰਿਹਾ ਕਿ 300 ਕਰੋੜ ਤੋਂ ਵੱਧ ਟੈਕਸ ਚੋਰੀ ਹੋਣ ਦਾ ਅੰਦਾਜ਼ਾ ਹੈ। ਹੁਣ ਇਹਨਾਂ ਮਦਦਗਾਰਾਂ ਤੇ ਅਫਸਰਾਂ ਦੀ ਸੂਚੀ ਕਿੰਨੀ ਲੰਬੀ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਪਰ ਜਿਸ ਤਰ੍ਹਾਂ ਮੈਂ ਪਹਿਲਾਂ ਆਖ ਰਿਹਾ ਸੀ ਕਿ 2020 ਚ ਕਾਰਵਾਈ ਹੋ ਜਾਣੀ ਚਾਹੀਦੀ ਸੀ, ਆਲੋਕ ਹੁਣ ਤੱਕ ਅੰਦਰ ਡੱਕੇ ਹੋਣੇ ਚਾਹੀਦੇ ਸੀ ਤੇ ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਕੁਰਕ ਹੋਣੀਆਂ ਚਾਹੀਦੀਆਂ ਸੀ, ਪਰ ਸਰਕਾਰ ਨੇ ਹਰੀ ਝੰਡੀ ਨਹੀਂ ਸੀ ਦਿੱਤੀ। ਵਿਜੀਲੈਂਸ ਦੇ ਅਧਿਕਾਰੀਆਂ ਨੇ ਹੁਣ ਫੇਰ ਉਹੀ ਗੱਲ ਆਖੀ ਹੈ ਕਿ ਅਸੀਂ ਸਰਕਾਰ ਨੂੰ ਸਾਰਾ ਕੁਝ ਦਿਖਾ ਦੇਣਾ ਤੇ ਹਰੀ ਝੰਡੀ ਦੀ ਉਡੀਕ ਹੈ। ਜਿਉਂ ਹੀ ਸਰਕਾਰ ਸਾਨੂੰ ਗ੍ਰੀਨ ਸਿਗਨਲ ਦੇਊਗੀ ਤੇ ਅਸੀਂ ਕਾਰਵਾਈ ਤੁਰੰਤ ਪ੍ਰਭਾਵ ਦੇ ਨਾਲ ਅਮਲ ਵਿੱਚ ਲਿਆਵਾਂਗੇ। ਤੇ ਹੁਣ ਦੇਖਣਾ ਹੋਊਗਾ ਕਿ ਸਰਕਾਰ ਕਾਰਵਾਈ ਵਾਸਤੇ ਇਸ਼ਾਰਾ ਕਦੋਂ ਕਰਦੀ ਹੈ। ਅੱਜ ਇੱਕ ਖਬਰ ਆਪਾਂ ਪਿੰਡ ਮੰਡਿਆਣੀ ਦੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਪ੍ਰੋਗਰਾਮ ਪੰਜਾਬ ਬੋਲਦਾ ਦੇ ਵਿੱਚ। ਆਪਾਂ ਆਖਿਆ ਸੀ ਕਿ ਭਾਈ ਚੌਂਕੀ ਇੰਚਾਰਜ, ਥਾਣੇ ਦਾ ਇੰਚਾਰਜ, ਡਿਪਟੀ ਐਸਐਸਪੀ ਕੀ ਕਰਦੇ ਆ। ਆ ਖਬਰ ਮਿਲ ਗਈ ਹੈ ਉਹਦੇ ਤੋਂ ਅਗਲੀ। ਥਾਣਾ ਦਾਖਾ ਦੇ ਵੱਲੋਂ ਪਿੰਡ ਮੰਡਿਆਣੀ ਵਿੱਚ ਜਿਹੜਾ ਚਿੱਟੇ ਦਾ ਗੋਰਖ ਧੰਦਾ ਚੱਲ ਰਿਹਾ ਨਾ, ਉਹਦੇ ਬਾਬਤ ਅਪਡੇਟ ਕੀਤਾ ਗਿਆ ਕਿ ਇੱਕੋ ਹੀ ਪਰਿਵਾਰ ਦੇ 8 ਮੈਂਬਰ, ਤੁਸੀਂ ਦੇਖੋ ਇੱਕ ਨਹੀਂ ਅੱਧਾ ਨਹੀਂ, ਇੱਕੋ ਹੀ ਪਰਿਵਾਰ ਦੇ 8 ਮੈਂਬਰ, ਜਿਨ੍ਹਾਂ ਵਿੱਚ ਕਸ਼ਮੀਰ ਸਿੰਘ, ਭੋਲੀ, ਲਾਲੀ ਸਿੰਘ, ਬੰਟੀ, ਧਰਮਪ੍ਰੀਤ, ਗੋਲਡੀ, ਮੁਖਤਿਆਰ ਕੌਰ, ਗੁੱਡੀ ਤੇ ਰਾਣੀ, ਇਹ ਗ੍ਰਿਫਤਾਰ ਕੀਤੇ ਹੋਏ ਤੇ ਜੇਲ੍ਹ ਇਹ ਭੇਜੇ ਜਾ ਚੁੱਕੇ ਆ। ਪਰ ਉਹ ਕਹਿੰਦੇ ਇਹਨਾਂ ਨਾਲ ਗੱਲ ਨਹੀਂ ਬਣੀ। 9ਵਾਂ ਇੱਕ ਜੀ ਹੋਰ ਰਹਿੰਦਾ ਸੀ ਰਵੀ ਪੁੱਤਰ ਜਗਦੇਵ ਸਿੰਘ, ਉਹਨੂੰ ਵੀ ਗ੍ਰਿਫਤਾਰ ਕਰ ਲਿਆ। ਜਾਣਕਾਰੀ ਦਿੱਤੀ ਹੈ ਡੀਐਸਪੀ ਦਾਖਾ ਨੇ, ਜਿਨ੍ਹਾਂ ਦਾ ਨਾਮ ਹੈ ਜਸ਼ਨਦੀਪ ਸਿੰਘ ਗਿੱਲ। ਡੀਐਸਪੀ ਗਿੱਲ ਨੇ ਦੱਸਿਆ ਕਿ ਰਵੀ ਬੀਤੀ ਰਾਤ ਹੀ ਘਰ ਆਇਆ ਤੇ ਸਵੇਰੇ ਪਿੰਡ ਕੁਲਗਣਾ ਵਿਖੇ 3400 ਰੁਪਏ ਹਰਮਨ ਪੁੱਤਰ ਮੋਹਨ ਸਿੰਘ, ਜਿਨ੍ਹਾਂ ਦਾ ਪਿੰਡ ਮੁੱਲਾਂਪੁਰ ਦੱਸਿਆ, ਉਹਦੇ ਤੋਂ ਉਧਾਰੇ ਲੈ ਕੇ ਆਪਣੇ ਰਿਸ਼ਤੇਦਾਰ ਚ ਭਰਾ ਲੱਗਦੇ ਬਲਵਿੰਦਰ ਸਿੰਘ, ਜਿਹੜਾ ਕਿ ਪਿੰਡ ਮੁੱਲਾਂਪੁਰ ਦਾ ਹੈ, ਉਹਦੇ ਨਾਲ ਚਿੱਟਾ ਖਰੀਦ ਲਿਆ ਆ ਤੇ ਦੋਵੇਂ ਤਲਵੰਡੀ ਮੁੱਲਾਂਪੁਰ ਰੋਡ ਤੇ ਖੇਤਾਂ ਦੇ ਵਿੱਚ ਹਰਮਨ ਸਿੰਘ ਮੁੱਲਾਂਪੁਰ ਨੂੰ ਦੇਣ ਵਾਸਤੇ ਚਲੇ ਗਏ। ਪਿੰਡ ਦੇ ਲੋਕਾਂ ਨੇ ਦੇਖ ਲਿਆ। ਅਸਲ ਦੇ ਵਿੱਚ ਪਿੰਡ ਦੇ ਲੋਕਾਂ ਨੇ ਇਹਦੇ ਤੇ ਪਹਿਲਾਂ ਹੀ ਅੱਖ ਰੱਖੀ ਹੋਈ ਸੀ, ਇਹਨੂੰ ਦਬੋਚ ਲਿਆ।
ਸਰਪੰਚ ਗੁਰਪ੍ਰੀਤ ਕੌਰ ਮੰਡਿਆਣੀ ਦੇ ਹਵਾਲੇ ਕਰ ਦਿੱਤਾ ਕਿ ਆਹ ਖੜਾ ਜੀ, ਆਹ ਸਮਾਨ ਇਹਦੇ ਕੋਲੋਂ ਮਿਲੇ ਹੈ। ਸੂਚਨਾ ਮਿਲਣ ਤੇ ਏਐਸਆਈ ਅਵਤਾਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ। ਡੀਐਸਪੀ ਗਿੱਲ ਨੇ ਦੱਸਿਆ, ਮੈਂ ਖੁਦ ਵੀ ਮੌਕੇ ਤੇ ਕਹਿੰਦੇ ਗਿਆ ਤੇ 3 ਸਮਗਲਰਾਂ ਨੂੰ ਹਿਰਾਸਤ ਵਿੱਚ ਲਿਆ। ਹਿਰਾਸਤ ਵਿੱਚ ਲੈ ਕੇ ਅਸੀਂ ਪੁੱਛਗਿੱਛ ਕੀਤੀ ਹੈ। ਉਹਨਾਂ ਕੋਲੋਂ 5 ਬਿੱਟਾਂ ਚਿੱਟੇ ਦੀਆਂ, 1 ਸਿਰਿੰਜ, ਰੈਪ ਪੇਪਰ, ਪੰਨੀ ਅਤੇ 1500 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਇਹਨਾਂ ਵਿਰੁੱਧ ਨਸ਼ਾ ਵਿਰੋਧੀ ਐਕਟ ਦੇ ਤਹਿਤ ਕਹਿੰਦੇ ਮੁਕੱਦਮਾ ਵੀ ਦਰਜ ਕਰ ਲਿਆ। ਉਹਨਾਂ ਨੇ ਦੱਸਿਆ ਕਿ 3 ਮਹੀਨਿਆਂ ਦੇ ਵਿੱਚ ਸਬ ਡਿਵੀਜ਼ਨ ਵਿੱਚ 73 ਨਸ਼ਾ ਵਪਾਰੀਆਂ ਦੇ ਵਿਰੁੱਧ ਮੁਕੱਦਮੇ ਦਰਜ ਕੀਤੇ ਗਏ ਹੈ। 56 ਸਮਗਲਰ ਜੇਲ੍ਹ ਭੇਜੇ ਗਏ ਹੈ। ਉਹਨਾਂ ਦੱਸਿਆ ਕਿ ਥਾਣਾ ਦਾਖਾ 'ਚ 16 ਮੁਕੱਦਮੇ, 37 ਨਾਮਜ਼ਦ, 24 ਗ੍ਰਿਫਤਾਰ। ਥਾਣਾ ਜੋਧਾਂ ਦੇ ਵਿੱਚ 12 ਮੁਕੱਦਮੇ, 18 ਨਾਮਜ਼ਦ ਤੇ 15 ਗ੍ਰਿਫਤਾਰ। ਥਾਣਾ ਸੁਧਾਰ ਦੇ ਵਿੱਚ 10 ਮੁਕੱਦਮੇ, 18 ਨਾਮਜ਼ਦ ਤੇ 17 ਗ੍ਰਿਫਤਾਰ। ਇੰਨੇ ਬੰਦੇ ਗ੍ਰਿਫਤਾਰ ਕਰ ਲਏ ਗਏ ਹੈ। ਬਾਕੀ ਜਿਹੜੇ ਗ੍ਰਿਫਤਾਰ ਕੀਤੇ ਨਹੀਂ ਜਾ ਸਕੇ, ਕਹਿੰਦੇ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਨਸ਼ਾ ਵਪਾਰੀਆਂ ਦੇ ਵਿਰੁੱਧ ਅਸੀਂ ਪੂਰੀ ਤਰ੍ਹਾਂ ਮੁਸਤੈਦ ਹਾਂ। ਕਿਸੇ ਵੀ ਨਸ਼ਾ ਤਸਕਰ ਨੂੰ, ਵਪਾਰੀ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਏਗਾ। ਜਿੱਥੋਂ ਜਿੱਥੋਂ ਸਾਨੂੰ ਜਾਣਕਾਰੀ ਮਿਲਦੀ ਹੈ ਤੇ ਉੱਥੇ ਉੱਥੇ ਅਸੀਂ ਕਾਰਵਾਈਆਂ ਪਾ ਰਹੇ ਹਾਂ। ਪਰ ਅੱਜ ਪ੍ਰੋਗਰਾਮ ਪੰਜਾਬ ਬੋਲਦਾ ਜੇਕਰ ਨਹੀਂ ਸੀ ਵੇਖਿਆ ਤਾਂ ਵੇਖਿਓ ਜ਼ਰੂਰ। ਉਹਦੇ ਵਿੱਚ ਪਿੰਡ ਦੀ ਪੰਚਾਇਤ, ਪਿੰਡ ਦੇ ਲੋਕ ਕਿੰਨੇ ਕੁ ਤੱਤੇ ਹੋਏ ਸੀ, ਤੁਹਾਨੂੰ ਉੱਥੋਂ ਅੰਦਾਜ਼ਾ ਲੱਗ ਜਾਏਗਾ। ਤੇ ਅਗਲੀ ਜਿਹੜੀ ਜਾਣਕਾਰੀ ਹੈ ਕਿ ਗੈਂਗਸਟਰ ਆਖੀਏ ਜਾਂ ਗੈਂਗਸਟਰਾਂ ਦਾ ਨਾਮ ਵਰਤਣ ਵਾਲੇ ਠੱਗ ਆਖੀਏ, ਇਹ ਠੱਗ ਵਣਜਾਰੇ ਬੜੇ ਸਰਗਰਮ ਹੋਏ ਹੈ। ਕੋਈ ਫਰੌਤੀ ਮੰਗੀ ਜਾਂਦਾ, ਕੋਈ ਕਿਸੇ ਨੂੰ ਧਮਕੀ ਦੇਈ ਜਾਂਦਾ ਹੈ। ਤੇ ਹੁਣ ਖਬਰ ਮਿਲੀ ਹੈ ਲੁਧਿਆਣਾ ਦੇ ਵਿੱਚੋਂ। ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਗੁਰਪ੍ਰੀਤ ਸਿੰਘ ਗੋਗੀ। ਗੁਰਪ੍ਰੀਤ ਸਿੰਘ ਗੋਗੀ ਹੋਰੀ ਜਾਣਕਾਰੀ ਦੇ ਰਹੇ ਨੇ ਕਿ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਤੇ ਨਾਲ ਹੀ ਉਹਨਾਂ ਦੇ ਕੋਲੋਂ 25 ਲੱਖ ਰੁਪਏ ਫਿਰੌਤੀ ਮੰਗੀ ਗਈ ਹੈ। ਗੁਰਪ੍ਰੀਤ ਸਿੰਘ ਗੋਗੀ ਨੇ ਇਸ ਸੰਬੰਧੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਦਿੱਤੀ ਹੈ। ਗੋਗੀ ਨੇ ਦੱਸਿਆ ਕਿ 10 ਦਿਨਾਂ ਤੋਂ ਉਹਨਾਂ ਦੇ WhatsApp ਤੇ ਕਾਲ ਆ ਰਹੀ ਹੈ। ਕਾਲ ਕਰਨ ਵਾਲਾ ਖੁਦ ਨੂੰ ਗੈਂਗਸਟਰ ਗੋਲਡੀ ਬਰਾੜ ਦਾ ਸਾਥੀ ਦੱਸ ਰਿਹਾ ਹੈ ਤੇ ਨਾਲ ਉਹਨਾਂ ਨੇ ਦੱਸਿਆ ਕਿ ਧਮਕੀ ਉਹਨੇ ਇਹ ਦਿੱਤੀ ਹੈ ਕਿ ਉਹਨਾਂ ਨੂੰ 25 ਲੱਖ ਰੁਪਏ ਫਿਰੌਤੀ ਦੀ ਰਕਮ ਦਿਓ, ਜੇ ਨਾ ਦਿੱਤੀ ਗਈ ਤਾਂ ਜਾਨੋਂ ਮਾਰ ਦਿੱਤੇ ਜਾਓਗੇ। ਫਿਲਹਾਲ ਵਿਧਾਇਕ ਗੋਗੀ ਦੇ ਵੱਲੋਂ ਸ਼ਿਕਾਇਤ ਦੇਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਦੱਸੀ ਜਾ ਰਹੀ ਹੈ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਨੰਬਰ ਕਿਹਦਾ ਹੈ, ਕਿੱਥੋਂ ਆਇਆ ਹੈ, ਇਹ ਜਾਂਚਿਆ ਜਾ ਰਿਹਾ, ਪੜਤਾਲਿਆ ਜਾ ਰਿਹਾ। ਪਰ ਬੀਤੇ ਦਿਨਾਂ ਤੋਂ ਲਗਾਤਾਰ ਜਦੋਂ ਤੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਦਰਅਸਲ ਇਸ ਤਰ੍ਹਾਂ ਦੀਆਂ ਧਮਕੀਆਂ ਦੀਆਂ ਖਬਰਾਂ ਬਹੁਤ ਸਾਰੀਆਂ ਆਈਆਂ ਨੇ ਅਤੇ ਕੁਝ ਲੋਕ ਇਹਨਾਂ ਮਸਲਿਆਂ 'ਚ ਗ੍ਰਿਫਤਾਰ ਵੀ ਕੀਤੇ ਗਏ ਹੈ। ਤੇ ਆਏ ਹੁਣ ਖਬਰਾਂ ਦੀ ਖਬਰ ਤੁਹਾਡੇ ਕੋਲੋਂ ਜਿਹੜੇ MLA ਨੇ ਉਹ ਵੀ ਇਹ ਕਹਿ ਕੇ ਵੋਟ ਮੰਗਦੇ ਆ ਕਿ ਤੁਹਾਡੇ ਹਲਕੇ ਦਾ ਸੁਧਾਰ ਕਰਾਂਗੇ ਤੇ ਸੰਸਦ ਮੈਂਬਰ ਵੀ। ਆ ਹੁਣ ਸੰਗਰੂਰ ਦੀ ਜ਼ਿਮਨੀ ਚੋਣ ਦੇ ਵੇਲੇ ਵੀ ਇਹੋ ਕੁਝ ਹੋਇਆ ਸੀ ਕਿ ਅਸੀਂ ਤੁਹਾਡੇ ਪਿੰਡਾਂ ਦੀਆਂ, ਤੁਹਾਡੇ ਸ਼ਹਿਰਾਂ ਦੀਆਂ, ਆਪਣੇ ਹਲਕੇ ਦੀਆਂ ਸਮੱਸਿਆਵਾਂ ਪਾਰਲੀਮੈਂਟ ਜਾਂ ਵਿਧਾਨ ਸਭਾ 'ਚ ਉਠਾਵਾਂਗੇ। ਆਓ ਪੜਚੋਲ ਕਰ ਲੈਂਦੇ ਹਾਂ, ਕਿਉਂਕਿ ਸੰਸਦ ਦਾ ਮੌਨਸੂਨ ਸੈਸ਼ਨ ਹੁਣੇ ਸਮਾਪਤ ਹੋਇਆ ਹੈ। ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਵੀ ਗਏ ਹੋਏ ਆ ਉਹਦੇ 'ਚ ਤੇ ਲੋਕ ਸਭਾ ਦੇ ਮੈਂਬਰ ਵੀ ਹੈ। ਉਹਨਾਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੀ ਹੈ, ਪੰਛੀ ਝਾਤ ਮਾਰਦੇ ਆ। ਵੈਸੇ ਤਾਂ ਇਹ ਤੇ ਭਾਵੇਂ ਲੰਬੀ ਗੱਲਬਾਤ ਕਰ ਲਈਏ। ਇਹਨਾਂ ਵਿੱਚੋਂ ਕੁਝ ਵੱਲੋਂ ਸਵਾਲ ਪੁੱਛਣੇ ਤਾਂ ਦੂਰ ਦੀ ਗੱਲ, ਕਈਆਂ ਨੇ ਤਾਂ ਉੱਥੇ ਮੂੰਹ ਵੀ ਨਹੀਂ ਦਿਖਾਇਆ। ਭਾਜਪਾ ਦੇ ਸੰਸਦ ਨੇ ਸਨੀ ਦਿਓਲ, ਅਕਾਲੀ ਦਲ ਦੇ ਪ੍ਰਧਾਨ ਵੀ ਹੈ ਤੇ ਸੰਸਦ ਮੈਂਬਰ ਵੀ ਹੈ ਸੁਖਬੀਰ ਬਾਦਲ। ਸਾਰੇ ਸੰਸਦਾਂ ਦੇ ਵਿੱਚੋਂ ਜਿਹੜੇ ਪੰਜਾਬ ਤੋਂ ਚੁਣ ਕੇ ਭੇਜਿਆ, ਭਾਵੇਂ ਉਹ ਰਾਜ ਸਭਾ ਦੇ ਆ ਭਾਵੇਂ ਲੋਕ ਸਭਾ ਦੇ ਨੇ, ਸਾਰਿਆਂ ਤੋਂ ਇਹਨਾਂ ਦੀ ਹਾਜ਼ਰੀ ਘਟ ਰਹੀ ਹੈ। ਜਿਹੜੀ ਜਾਣਕਾਰੀ ਮਿਲੀ ਹੈ, ਕਿਉਂਕਿ ਉੱਥੇ ਤਾਂ ਸਾਰਾ ਕੁਝ ਰਿਕਾਰਡ ਤੇ ਪਿਆ ਰਹਿੰਦਾ ਹੈ ਕਿ ਕਿਹੜਾ ਸੱਚੇ ਮੂੰਹ ਆਇਆ ਹੈ, ਕਿਹੜਾ ਬੋਲਿਆ ਉੱਥੇ, ਕਿਹੜਾ ਗਿਆ ਉੱਥੇ, ਕਿਹੜਾ ਗਿਆ ਹੀ ਨਹੀਂ। ਇਹ ਰਿਕਾਰਡ ਤੋਂ ਮੈਂ ਜਿਹੜੀ ਜਾਣਕਾਰੀ ਮਿਲੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਵੇਰਵਿਆਂ ਦੇ ਅਨੁਸਾਰ ਰਾਜ ਸਭਾ ਦੇ ਵਿੱਚ ਕੁੱਲ 18 ਬੈਠਕਾਂ ਹੋਈਆਂ ਨੇ। ਇਹਨਾਂ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ, ਵਿਕਰਮਜੀਤ ਸਿੰਘ ਸਾਹਨੀ, ਸੰਜੀਵ ਅਰੋੜਾ ਤੇ ਰਾਘਵ ਚੱਡਾ ਦੀ ਹਾਜ਼ਰੀ 18 ਚੋਂ 14 ਬੈਠਕਾਂ ਰਹੀ। ਆਪ ਦੇ ਸੰਸਦ ਮੈਂਬਰਾਂ ਵਿੱਚੋਂ ਜੇਕਰ ਸਭ ਤੋਂ ਘੱਟ ਕਿਸ ਦੀ ਹਾਜ਼ਰੀ ਰਹੀ ਤਾਂ ਉਹ ਸੰਦੀਪ ਪਾਠਕ ਦੀ 7 ਬੈਠਕਾਂ ਦੀ ਰਹੀ। ਹਰਭਜਨ ਸਿੰਘ ਦੀ ਹਾਜ਼ਰੀ 8 ਬੈਠਕਾਂ ਦੀ ਰਹੀ। ਲੋਕ ਸਭਾ ਦੇ ਵਿੱਚ ਕਾਂਗਰਸੀ ਸੰਸਦ ਮੈਂਬਰਾਂ ਵਿੱਚੋਂ ਸਭ ਤੋਂ ਵੱਧ ਹਾਜ਼ਰੀ ਮਨੀਸ਼ ਤਿਵਾੜੀ, ਸੰਤੋਖ ਚੌਧਰੀ, ਜਸਵੀਰ ਗਿੱਲ ਦੀ ਰਹੀ, ਜੋ ਕਿ 15 ਬੈਠਕਾਂ ਦੇ ਲਈ ਹਾਜ਼ਰ ਰਹੇ। ਮੁਹੰਮਦ ਸਦੀਕ ਸਾਹਿਬ ਸਿਰਫ 9 ਬੈਠਕਾਂ 'ਚ ਹਾਜ਼ਰੀ ਭਰਨ ਵਾਸਤੇ ਗਏ। ਸੰਸਦ ਮੈਂਬਰ ਅਮਰ ਸਿੰਘ ਦੀ ਵੀ ਹਾਜ਼ਰੀ 9 ਦਿਨਾਂ ਦੀ ਰਹੀ। ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸੁਖਬੀਰ ਬਾਦਲ ਦੀ ਹਾਜ਼ਰੀ, ਜਿਹੜਾ ਰਜਿਸਟਰ ਦੱਸ ਰਿਹਾ ਹੈ ਲੋਕ ਸਭਾ ਦਾ, 2 ਬੈਠਕਾਂ ਦੀ ਰਹੀ। 2 ਤੇ ਜੇਕਰ ਜਦੋਂ ਦੇ ਉਹ ਸੰਸਦ ਮੈਂਬਰ ਚੁਣੇ ਗਏ ਨੇ
ਰਜਿਸਟਰ ਦੱਸਦੇ ਹੈ ਲੋਕ ਸਭਾ ਦਾ, ਕਿਉਂਕਿ ਹਾਜ਼ਰੀ ਸਾਰਿਆਂ ਦੀ ਲੱਗਦੀ ਹੈ। ਚੁਣੇ ਜਾਣ ਤੋਂ ਬਾਅਦ ਹੁਣ ਤੱਕ ਸੁਖਬੀਰ ਬਾਦਲ ਉਹਨਾਂ ਦੀ ਹਾਜ਼ਰੀ 21% ਹੈ। ਭਾਜਪਾ ਦੇ ਸੰਸਦ ਸਨੀ ਦਿਓਲ ਇਸ ਸੈਸ਼ਨ ਦੇ ਵਿੱਚ ਤਾਂ ਮੁਕੰਮਲ ਗੈਰ ਹਾਜ਼ਰ ਰਹੇ ਆ, ਪਰ ਜਦੋਂ ਉਹ ਚੁਣੇ ਗਏ ਆ ਉਦੋਂ ਤੱਕ ਦੀ ਸਾਰੇ ਸੈਸ਼ਨਾਂ ਦੀ ਹਾਜ਼ਰੀ ਉਹਨਾਂ ਦੀ ਸਿਰਫ 23% ਬਣਦੀ ਹੈ। ਤੇ ਨਾਲ ਹੀ ਅਕਾਲੀ ਸੰਸਦ ਤੇ ਪ੍ਰਧਾਨ ਸੁਖਬੀਰ ਬਾਦਲ ਜੀ, ਕੋਈ ਸਵਾਲ ਨਹੀਂ ਪੁੱਛਿਆ ਉਹਨਾਂ ਨੇ। 2 ਬੈਠਕਾਂ 'ਚ ਗਏ, ਸੁੱਚੇ ਮੂੰਹ ਵਾਪਸ ਪਰਤ ਆਇਆ। ਇੱਥੇ ਆ ਕੇ ਬਾਹਾਂ ਕੱਢ ਲੜੀ ਜਾਣਗੇ, ਸਰਕਾਰ ਉਹ ਨਹੀਂ ਕਰਦੀ, ਸਰਕਾਰ ਆਹ ਨਹੀਂ ਕਰਦੀ, ਸਰਕਾਰ ਨੂੰ ਆਹ ਕਰਨਾ ਚਾਹੀਦਾ ਸੀ। ਦੱਸੋ ਭਾਈ ਕਾਹਦੇ ਵਾਸਤੇ ਚੁਣਿਆ ਤੁਹਾਨੂੰ? ਸੁੱਚੇ ਮੂੰਹ 2 ਬੈਠਕਾਂ। ਬੀਬੀ ਹਰਸਿਮਰਤ ਕੌਰ ਬਾਦਲ ਹਾਜ਼ਰੀ 14 ਬੈਠਕਾਂ ਦੀ ਰਹੀ, ਉਹਨਾਂ ਨੇ ਸਿਰਫ 8 ਸਵਾਲ ਪੁੱਛੇ ਹੈ। ਫਿਰ ਗੱਲ ਕਰਦੇ ਹਾਂ ਸੰਗਰੂਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ, ਹਾਜ਼ਰੀ 14 ਬੈਠਕਾਂ ਦੀ ਰਹੀ। ਸਵਾਲ ਸਵੂਲ ਕਹਿੰਦੇ ਆਪਾਂ ਵੀ ਕਾਹਦੇ ਲਈ ਪੁੱਛਣਾ, ਕੋਈ ਸਵਾਲ ਪੁੱਛਣ 'ਚ ਇਹ ਵੀ ਪਛੜ ਗਏ ਭਾਈ ਸਾਹਿਬ। ਸੰਸਦ ਦੇ ਬਾਹਰ ਦੇਖ ਲਓ, ਤਾਜ਼ਾ ਹੀ ਸੀ, ਹਲੇ ਤਾਂ ਲੋਕ ਬਹੁਤ ਕੁਝ ਪੁੱਛਦੇ ਸੀ ਵੀ ਆਹ ਪੁੱਛਿਓ, ਆਹ ਗੱਲ ਕਰਿਓ, ਕਹਿੰਦੇ ਕੋਈ ਗੱਲ ਨਹੀਂ। ਫਿਰ ਸਹੀ ਸਵਾਲ ਪੁੱਛਣ 'ਚ ਸਿਮਰਨਜੀਤ ਸਿੰਘ ਮਾਨ ਸਾਹਿਬ ਵੀ ਪਛੜ ਗਏ। ਇਸੇ ਤਰ੍ਹਾਂ ਪਟਿਆਲਾ ਤੋਂ ਸੰਸਦ ਨੇ ਪ੍ਰਨੀਤ ਕੌਰ, ਹਾਜ਼ਰੀ 14 ਬੈਠਕਾਂ ਦੀ ਰਹੀ। ਸਵਾਲ ਸਬੂਲ ਵਾਲਾ ਕੰਮ ਕਹਿੰਦੇ ਚਲੋ ਠੀਕ ਹੀ ਆ। ਹੁਣ ਸਵਾਲ ਪੁੱਛਣ ਦੇ ਮਾਮਲੇ ਦੇ ਵਿੱਚ ਝੰਡੀ ਦਰਅਸਲ ਕੌਣ ਲੈ ਗਿਆ? ਆਮ ਆਦਮੀ ਪਾਰਟੀ ਦੇ ਕੁਝ ਸੰਸਦ ਲੈ ਗਏ। ਸੰਜੀਵ ਅਰੋੜਾ ਨੇ 25 ਸਵਾਲ ਪੁੱਛੇ, ਜਿਨ੍ਹਾਂ ਵਿੱਚੋਂ ਜ਼ਿਆਦਾ ਸਵਾਲ ਖੇਤੀ ਸਨਅਤ ਤੇ ਫੂਡ ਪ੍ਰੋਸੈਸਿੰਗ ਦੇ ਨਾਲ ਸੀ। ਰਾਘਵ ਚੱਡਾ ਨੇ ਨਰਮਾ, ਏਅਰਪੋਰਟ, ਰੇਲਵੇ, ਨਸ਼ਿਆਂ, ਖੁਦਕੁਸ਼ੀਆਂ ਤੇ ਬਿਜਲੀ ਦੇ ਬਾਬਤ ਸਵਾਲ ਪੁੱਛੇ ਤੇ ਰਾਘਵ ਚੱਡਾ ਨੇ 42 ਸਵਾਲ ਪੁੱਛੇ। ਅਸ਼ੋਕ ਮਿੱਤਲ ਨੇ ਸਭ ਤੋਂ ਵੱਧ ਸਵਾਲ ਪੁੱਛੇ, ਉਹਨਾਂ ਨੇ 43 ਸਵਾਲ ਪੁੱਛੇ। ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸੈਸ਼ਨ ਦੇ ਦੌਰਾਨ ਸਿੱਖਿਆ ਤੇ ਵਪਾਰ ਨਾਲ ਸੰਬੰਧਿਤ 5 ਸਵਾਲ ਪੁੱਛੇ। ਰਵਨੀਤ ਬਿੱਟੂ ਨੇ 26 ਸਵਾਲ ਪੁੱਛੇ। ਸੰਤ ਬਲਵੀਰ ਸਿੰਘ ਸੀਚੇ ਵੱਲੋਂ ਸੈਸ਼ਨ ਦੇ ਦੌਰਾਨ ਸਲਾਹਿਆ ਗਿਆ ਸ਼ਲਾਘਾ ਕੀਤੀ। ਉਹਨਾਂ ਨੇ ਸੈਸ਼ਨ ਦੇ ਦੌਰਾਨ ਲਿਖਤੀ ਸਮੱਗਰੀ ਪੰਜਾਬੀ ਭਾਸ਼ਾ ਵਿੱਚ ਮੁਹੱਈਆ ਕਰਵਾਏ ਜਾਣ ਦੀ ਮੰਗ ਵੀ ਉਠਾਈ। ਸੀਚੇਵਾਲ ਹੋਰਾਂ ਦੀ ਹਾਜ਼ਰੀ 14 ਬੈਠਕਾਂ ਦੀ ਰਹੀ। ਸੰਸਦ ਦੇ ਵਿੱਚ ਪੰਜਾਬ ਦੇ ਪਾਣੀਆਂ ਦਾ ਮੁੱਦਾ ਵੀ ਚੁੱਕਿਆ ਤੇ ਹੜ੍ਹ ਤੇ ਪ੍ਰਭਾਵਿਤ ਇਲਾਕਿਆਂ ਦਾ ਮੁੱਦਾ ਵੀ ਚੁੱਕਿਆ। ਵਿਕਰਮ ਸਾਹਨੀ ਨੇ ਪੰਜਾਬ 'ਚ ਪਾਣੀ ਦੀ ਘਾਟ ਦੇ ਬਾਰੇ ਚਿੰਤਾ ਪ੍ਰਗਟਾਈ ਤੇ ਇਹਨੂੰ ਤੁਰੰਤ ਹੱਲ ਕਰਨ ਦੀ ਲੋੜ ਦਾ ਮੁੱਦਾ ਵੀ ਚੁੱਕਿਆ। ਉਹਨਾਂ ਨੇ ਪੰਜਾਬ ਦੇ ਪਾਣੀ ਦੀ ਸਪਲਾਈ ਦੇ ਵਿੱਚ ਆਰਸੈਨਿਕ, ਕ੍ਰੋਮੀਅਮ, ਕੈਡਮੀਅਮ, ਲੈਡ, ਅਸਿਕਾ, ਇਹ ਕੁਝ ਮੁੱਦੇ ਉਹ ਕਹਿੰਦੇ ਇਹਦੀ ਪੁਸ਼ਟੀ ਹੋ ਚੁੱਕੀ ਹੈ ਤੇ ਨਾਲ ਉਹਨਾਂ ਨੇ ਬੁੱਢੇ ਨਾਲੇ ਦਾ ਮੁੱਦਾ ਵੀ ਚੁੱਕਿਆ। ਦੱਸਣਾ ਬਣਦਾ ਕਿ ਮੌਨਸੂਨ ਸੈਸ਼ਨ 18 ਜੁਲਾਈ ਨੂੰ ਸ਼ੁਰੂ ਹੋਇਆ ਸੀ ਅਤੇ ਆਉਣ ਵਾਲੀ 12 ਅਗਸਤ ਨੂੰ ਸਮਾਪਤ ਹੋਣਾ ਸੀ, ਪਰ ਪਤਾ ਨਹੀਂ ਵੀ ਸੰਸਦ ਮੈਂਬਰ ਸਰਕਾਰ ਕਿੱਥੇ ਰੁੱਝੇ ਹੋਏ ਸੀ। 8 ਅਗਸਤ ਨੂੰ ਸਰਕਾਰ ਨੇ ਭੋਗ ਪਾ ਦਿੱਤਾ। 8 ਅਗਸਤ ਨੂੰ ਕਈ ਦਿਨ ਪਹਿਲਾਂ ਹੀ 4 ਦਿਨ ਘਟਾਤੀਆਂ। ਚੰਡੀਗੜ੍ਹ ਤੋਂ ਸੰਸਦ ਹੈ ਭਾਜਪਾ ਦੀ ਕਿਰਨ ਖੈਰ। ਕਿਰਨ ਖੇਰ ਦੀ ਹਾਜ਼ਰੀ 10 ਬੈਠਕਾਂ ਦੀ ਰਹੀ। ਹੁਣ ਸੰਖੇਪ 'ਚ ਆਪਾਂ ਝਾਤ ਮਾਰੀਏ ਕਿ ਤੁਹਾਡੇ ਵੱਲੋਂ ਰਾਜ ਸਭਾ ਤੇ ਲੋਕ ਸਭਾ ਵਿੱਚ ਭੇਜੇ ਗਏ ਸੰਸਦ ਮੈਂਬਰ ਜਿਨ੍ਹਾਂ ਵਿੱਚ ਸਨੀ ਦਿਓਲ ਤੇ ਸੁਖਬੀਰ ਬਾਦਲ ਦੀ ਹਾਜ਼ਰੀ 'ਚ ਉਹ ਤਾਂ ਫਾਡੀ ਰਹੇ ਨੇ, ਸਵਾਲ ਪੁੱਛਣ 'ਚ ਵੀ ਫਾਡੀ ਨੇ, ਸੁੱਚੇ ਮੂੰਹ ਵਾਪਸ ਆਏ ਨੇ ਤੇ ਬਾਹਰ ਆ ਕੇ ਗੱਲਾਂ ਕਰਦੇ ਆ ਕਿ ਆਹ ਕਰਨਾ ਚਾਹੀਦਾ ਸੀ, ਉਹ ਕਰਨਾ ਚਾਹੀਦਾ ਸੀ। ਤੁਹਾਡੇ ਇਲਾਕੇ 'ਚ, ਤੁਹਾਡੇ ਹਲਕੇ 'ਚ ਕੋਈ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਸੱਚਮੁੱਚ ਕੋਈ ਮੁੱਦਾ ਹੀ ਹੈ ਨਹੀਂ, ਤਨਖਾਹ ਕਾਹਦੀ ਲੈਂਦੇ ਹੋ, ਭੱਤੇ ਕਾਹਦੇ ਲੈਂਦੇ ਹੋ, ਆ ਗਨਮੈਨ ਕਿਹੜੇ ਕੰਮ ਕਰਕੇ ਲਈ ਫਿਰਦੇ ਹੋ? ਜੇ ਸੱਚਮੁੱਚ ਤੁਸੀਂ ਕੋਈ ਸਵਾਲ ਕਰਨਾ ਹੀ ਨਹੀਂ ਤਾਂ ਫਿਰ ਤੁਸੀਂ ਜਾਂਦੇ ਕੀ ਕਰਨ? ਬੜੇ ਵੇਲਣ ਜਾਂਦੇ ਆ। ਹੁਣ ਤੁਸੀਂ ਆਪ ਦੇਖ ਲਿਓ, ਆਪਾਂ ਸੰਖੇਪ 'ਚ ਗੱਲ ਕੀਤੀ ਆ ਕਿ ਇਹਨਾਂ ਨੇ ਜਾ ਕੇ ਕੀ ਕੀਤਾ ਉੱਥੇ। ਤੇ ਹੁਣ ਗੱਲ ਕਰਦੇ ਆ ਪੰਜਾਬੀ ਗਾਇਕ ਕਲਾਕਾਰ ਮਨਕੀਰਤ ਔਲਖ ਦੀ। ਮਸ਼ਹੂਰ ਪੰਜਾਬੀ ਗਾਇਕ ਨੇ ਮਨਕੀਰਤ ਔਲਖ। ਇੱਕ ਵਾਰੀ ਫਿਰ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਦੇ ਖਿਲਾਫ ਅਦਾਲਤ ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਮੁਕੱਦਮਾ ਉਹਨਾਂ ਦਾ ਇੱਕ ਗੀਤ ਆਇਆ ਸੀ ਪਿਛਲੇ ਸਾਲ, 8 ਰਫਲਾਂ। 8 ਰਫਲਾਂ ਨੂੰ ਆਧਾਰ ਬਣਾ ਕੇ ਦਰਜ ਕਰਵਾਇਆ ਗਿਆ ਹੈ ਕਿ ਵਕੀਲਾਂ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਮਨਕੀਰਤ ਔਲਖ ਸਮੇਤ ਕੁਝ ਹੋਰਨਾਂ ਨੂੰ 8 ਸਤੰਬਰ ਦੇ ਵਾਸਤੇ ਨੋਟਿਸ ਵੀ ਅਦਾਲਤ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਦੱਸਣਾ ਬਣਦਾ ਕਿ ਇਹ ਕੇਸ ਐਡਵੋਕੇਟ ਸੁਨੀਲ ਮੱਲਣ ਨੇ ਦਰਜ ਕਰਵਾਇਆ ਹੈ। ਮਨਕੀਰਤ ਔਲਖ ਦਾ ਇਹ ਗੀਤ ਪਿਛਲੇ ਸਾਲ ਰਿਲੀਜ਼ ਹੋਇਆ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਇਹ ਜਿਹੜੇ ਐਡਵੋਕੇਟ ਨੇ ਕੇਸ ਦਰਜ ਕਰਵਾਇਆ ਹੈ, ਇਹਦੇ ਤੋਂ ਪਹਿਲਾਂ ਉਹ ਸਿੱਧੂ ਮੂਸੇਵਾਲੇ ਦੇ ਸੰਜੂ ਗੀਤ ਨੂੰ ਲੈ ਕੇ ਵੀ
ਕਿ ਵਕੀਲਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਨੂੰ ਆਧਾਰ ਬਣਾ ਕੇ ਮੁਕੱਦਮਾ ਦਰਜ ਕੀਤਾ ਸੀ। ਸਿੱਧੂ ਮੂਸੇਵਾਲੇ ਦੀ ਮੌਤ ਹੋ ਚੁੱਕੀ ਹੈ, ਪਰ ਉਹ ਕੇਸ ਹਾਲੇ ਵੀ ਚੱਲਦਾ ਹੈ। ਸਿੱਧੂ ਮੂਸੇਵਾਲੇ ਤੋਂ ਬਗੈਰ ਜਿਹੜੇ ਉਸ ਕੇਸ ਦੇ ਵਿੱਚ ਧਿਰ ਬਣਾਏ ਗਏ ਵਿਅਕਤੀ ਸੀ, ਉਹਨਾਂ ਦੇ ਖਿਲਾਫ ਮੁਕੱਦਮਾ ਹਾਲੇ ਜਾਰੀ ਹੈ। ਐਡਵੋਕੇਟ ਮੱਲਣ ਨੇ ਦੱਸਿਆ ਕਿ ਮਨਕੀਰਤ ਔਲਖ ਨੂੰ 25 ਮਈ ਤੇ 2021 ਨੂੰ ਇੱਕ ਲੀਗਲ ਨੋਟਿਸ ਭੇਜਿਆ ਗਿਆ ਸੀ, ਪਰ ਉਹਦਾ ਉਹਨਾਂ ਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ, ਜਿਸ ਕਰਕੇ ਉਹਨਾਂ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਇਹ ਗੀਤ ਸੋਸ਼ਲ ਮੀਡੀਆ ਤੋਂ ਹਟਵਾਇਆ ਜਾਵੇ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਵੀ ਇਹ ਆਦੇਸ਼ ਦੇ ਵਿੱਚ ਨਾਲ ਲਿਆ ਜਾਵੇ। ਇਹਦੇ ਇਲਾਵਾ ਮਨਕੀਰਤ ਔਲਖ ਤੋਂ ਹਰਜਾਨਾ ਲੈ ਕੇ ਐਡਵੋਕੇਟ ਵੈਲਫੇਅਰ ਫੰਡ ਦੇ ਵਿੱਚ ਪਾਇਆ ਜਾਵੇ। ਦੱਸਣਾ ਬਣਦਾ ਕਿ ਮਨਕੀਰਤ ਔਲਖ ਦਾ ਪਹਿਲਾਂ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਐਵੇਂ ਨਾਮ ਜੋੜ ਕੇ ਸੁਰਖੀਆਂ ਵਿੱਚ ਲਿਆਂਦਾ ਸੀ। ਕਈ ਦਿਨ ਉਹ ਚਿੰਤਾ ਵਿੱਚ ਰਹੇ। ਉਹਦੇ ਤੋਂ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਤਕਰੀਬਨ ਮਹੀਨਾ ਭਰ ਦੀ ਜਾਂਚ ਹੋ ਗਈ ਸੀ। ਉਹਦੇ ਤੋਂ ਬਾਅਦ ਮਨਕੀਰਤ ਔਲਖ ਨੂੰ ਕਲੀਨ ਚਿੱਟ ਦਿੱਤੀ ਗਈ। ਫਿਰ ਕਿਤੇ ਮਸਲਾ ਜਾ ਕੇ ਸ਼ਾਂਤ ਹੋਇਆ। ਲੋਕ ਉਹਨਾਂ ਦੀਆਂ ਫੋਟੋਆਂ ਵਾਇਰਲ ਕਰ ਰਹੇ ਸੀ। ਮਨਕੀਰਤ ਔਲਖ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਵੀਡੀਓ ਅਪਲੋਡ ਕਰਕੇ ਸਪਸ਼ਟ ਕੀਤਾ ਸੀ ਕਿ ਉਹਨੂੰ ਜਾਣ-ਬੁੱਝ ਕੇ ਇਸ ਮਸਲੇ 'ਚ ਨਾ ਫਸਾਇਆ ਜਾਵੇ। ਉਹਦਾ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਕੋਈ ਲੈਣ ਦੇਣ ਨਹੀਂ। ਵੈਸੇ ਜੇ ਤੁਸੀਂ ਇਹ ਗੀਤ ਸੁਣਿਆ ਹੋਵੇ, ਮੈਨੂੰ ਨਹੀਂ ਪਤਾ ਕਿ ਤੁਸੀਂ ਸੁਣਿਆ ਜਾਂ ਨਹੀਂ। ਵਕੀਲ ਸਾਹਿਬ ਕਹਿੰਦੇ ਨੇ ਕਿ ਵਕੀਲਾਂ ਦਾ ਅਕਸ ਖਰਾਬ ਕਰਦਾ 8 ਰਫਲਾਂ ਗੀਤ। ਵਕੀਲਾਂ ਦੇ ਖਿਲਾਫ ਤਾਂ ਸ਼ਾਇਦ ਇਸ ਗੀਤ ਵਿੱਚ ਕੋਈ ਬੋਲ ਨਹੀਂ। ਗੀਤ ਸ਼ੁਰੂ ਹੁੰਦਾ ਹੈ ਕਿ ਸ਼ਹਿਰ ਵਿੱਚ ਹੋਇਆ ਜੱਟਾ ਕੀ ਲਫੜਾ, ਬਰਾਮਦ ਹੋਈਆਂ ਨੇ ਉੱਥੇ 8 ਰਫਲਾਂ। ਇਹ ਗੀਤ ਹੈ। ਪਰ ਵਕੀਲ ਸਾਹਿਬ ਨੇ ਅਦਾਲਤ ਦਾ ਦਰਵਾਜ਼ਾ ਖੜਕਾਤਾ, ਨੋਟਿਸ ਜਾਰੀ ਹੋ ਗਿਆ। ਵੇਖਦੇ ਹਾਂ ਕਿ ਇਹਦੇ 'ਚ ਕੋਈ ਕੱਢਣ ਪਾਉਣ ਵਾਲਾ ਵੀ ਹੈ ਜਾਂ ਨਹੀਂ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਣਾ ਹੈ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।